ਦੇਹਾਂ ਸੀਗੀਆਂ ਮ੍ਰਿਤਕ ਸਿੰਘਾਂ ਦੀਆਂ, ਉਹਨਾਂ ਦਾ ਬਾਅਦ ਚੋਂ ਕੀ ਹੋਇਆ ਸੀਗਾ? ਉਹ ਜਦੋਂ ਕਹਿੰਦੇ ਅੱਗ ਦੀਆਂ ਲਾਟਾਂ ਨਿਕਲੀਆਂ ਤੇ ਉਹ ਸੁਭਾਵਕ ਆ ਵੀ ਉਹ ਦੂਰ ਤੱਕ ਜਾਣੀਆਂ ਹੈ। ਬੀਬੀ ਸ਼ਰਨ ਕੌਰ ਨੂੰ ਚੁੱਕ ਕੇ ਚਿਤਾ ਦੇ ਵਿੱਚ ਹੀ ਸਿੱਟਤਾ ਹੈ। ਜਿਹੜੀਆਂ ਸਾਡੀਆਂ ਭੈਣਾਂ ਵਾ ਖਾਸ ਕਰਕੇ ਸਿੱਖ ਬੀਬੀਆਂ, ਉਹਨਾਂ ਦਾ ਰੋਲ ਮਾਡਲ ਬੀਬੀ ਸ਼ਰਨ ਕੌਰ ਵੀ ਆ। ਉਹ ਫਿਰ ਟੱਕਰ ਲੈਂਦੇ 10 ਲੱਖ ਫੌਜ ਨਾਲ। ਕਿੰਨੇ ਸਿੰਘ ਬਚ ਗਏ ਸੀ ਉਦੋਂ ਗੁਰੂ ਸਾਹਿਬ ਦੇ? ਮਤਲਬ ਥੋੜੇ ਜਿਹੇ। ਉਹਨਾਂ ਨੇ ਦੱਸਿਆ ਵੀ ਇਹ ਕੋਈ ਗੁਰੂ ਦਾ ਸਿੰਘ ਆ, ਇਹ ਗੁਰੂ ਗੋਬਿੰਦ ਸਿੰਘ ਨਹੀਂ ਆ। ਇਹ ਗੱਲ ਜਦੋਂ ਵਜ਼ੀਰ ਖਾਨ ਸੁਣਦਾ ਵਾ ਤੇ ਉਹਨੂੰ ਅੱਗ ਲੱਗ ਗਈ ਵੀ ਇੰਨਾ ਨੁਕਸਾਨ ਵੀ ਸਾਡਾ ਹੋ ਗਿਆ। ਇਹ ਬੇਨਤੀ ਕਰਿਓ ਕਲਗੀਧਰ ਪਾਤਸ਼ਾਹ ਮੇਰੇ ਘਰੇ ਔਲਾਦ ਨਾ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਇਹਨਾਂ ਨੂੰ ਵੀ ਰੌਲਾ ਨਾ ਪਾਓ। ਜਦੋਂ ਰੌਲਾ ਪਾਇਆ ਪਛਾਣ ਕੇ ਇਹਨਾਂ ਨੂੰ ਇਹ ਵੀ ਇਨਾਮ ਮਿਲ। ਮਹਾਰਾਜ ਨੇ ਪਹਿਲਾਂ ਸਮਝਾਇਆ, ਜਦੋਂ ਨਹੀਂ ਸਮਝੇ ਤੇ ਮਹਾਰਾਜ ਨੇ ਆਪਣੀ ਤੇਗ ਦੇ ਨਾਲ ਫਿਰ ਦੋਨਾਂ ਦਾ ਜਿਹੜਾ ਸੀਸ ਹੀ ਧੜ ਤੋਂ ਅਲੱਗ ਕਰਤਾ। ਦੀਨ ਦੁਨੀਆ ਦੇ ਪਾਤਸ਼ਾਹ ਉੱਥੇ ਜੰਡ ਦਾ ਸਰਾਣਾ ਲਾ ਕੇ ਸੌਂ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। द खालस टीवी देखने वाले साढ़े सारे दर्शकों का बहुत बहुत स्वागत है। बस एक हिंद में तीर्थ है यात्रा के लिए, कटाए बाप ने बच्चे यहाँ खुदा के लिए, भटकते फिरते हैं क्यों हज करें यहाँ आकर, ये काबा पास है हर एक खालसा के लिए। ਅੱਲਾ ਯਾਰ ਖਾਂ ਯੋਗੀ ਜੀ ਨੇ ਇਹ ਜਿਹੜੀਆਂ ਲਾਈਨਾਂ ਲਿਖੀਆਂ ਹੈਗੀਆਂ ਨੇ ਜਦੋਂ ਉਹਨਾਂ ਨੇ ਸਾਰਾ ਇਤਿਹਾਸ ਲਿਖਿਆ ਗੰਜੇ ਸ਼ਹੀਦਾਂ ਦੇ ਵਿੱਚ ਚਮਕੌਰ ਸਾਹਿਬ ਦਾ ਸਾਕਾ ਲਿਖਿਆ। ਸੋ ਅਸੀਂ ਇਹਨਾਂ ਦਿਨਾਂ ਦੇ ਵਿੱਚ ਪੋਹ ਦੇ ਇਹਨਾਂ ਦਿਨਾਂ ਦੇ ਵਿੱਚ ਜੋ ਲਾਸਾਨੀ ਸਾਕਾ ਵਾਪਰਿਆ ਸੀ 1704 ਦੇ ਵਿੱਚ, ਉਸ ਦਾ ਲੜੀਵਾਰ ਇਤਿਹਾਸ ਭਾਈ ਕੁਲਦੀਪ ਸਿੰਘ ਗੜਗੱਜ ਪਾਸੋਂ ਸੁਣ ਰਹੇ ਹਾਂ ਲਗਾਤਾਰ। ਤੇ ਕੱਲ ਆਪਾਂ ਸੁਣਿਆ ਸੀ ਚਮਕੌਰ ਦੀ ਅਸਾਵੀਂ ਜੰਗ, ਜਿਸ ਦੇ ਨਾਲ ਦੀ ਜੰਗ ਦੁਨੀਆ ਦੇ ਵਿੱਚ ਅੱਜ ਤੱਕ ਕਿਤੇ ਨਹੀਂ ਹੋਈ। ਇੱਕ ਪਾਸੇ 43 ਸਿੰਘ, ਦੂਸਰੇ ਪਾਸੇ 10 ਲੱਖ ਤੋਂ ਵੱਧ ਫੌਜਾਂ। ਫਿਰ ਵੀ ਮੁਗਲ ਫੌਜਾਂ ਹਾਰ ਗਈਆਂ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਉਂਦੇ ਜੀ ਉਹਨਾਂ ਨੂੰ ਨਹੀਂ ਮਿਲੇ। ਉਹਨਾਂ ਦਾ ਇੱਕੋ ਇੱਕ ਮਕਸਦ ਸੀ। ਸੋ ਖਾਲੀ ਹੱਥ ਮੁਗਲ ਫੌਜਾਂ ਮੁੜੀਆਂ ਨੇ ਤੇ ਇੱਧਰ ਕੱਲਾ ਕੱਲਾ ਸਿੰਘ ਹੈ ਜਿਹੜਾ ਉਹ ਸ਼ਹੀਦੀਆਂ ਪਾ ਗਿਆ ਸੀ। ਪਿੱਠ ਨਹੀਂ ਦਿਖਾਈ, ਨਾ ਭੱਜਿਆ, ਨਾ ਲੁਕਿਆ, ਜੰਗੇ ਮੈਦਾਨ ਦੇ ਵਿੱਚ ਜਾ ਕੇ ਜੂਝਿਆ। ਸੋ ਭਾਈ ਕੁਲਦੀਪ ਸਿੰਘ ਗੜਗੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚ ਗਏ ਨੇ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਚਮਕੌਰ ਸਾਹਿਬ ਦੀ ਜੰਗ ਹੈ ਜਿਹੜੀ ਉਹ ਸਿੰਘਾਂ ਨੇ ਜਿੱਤ ਲਈ ਜਦੋਂ ਗੁਰੂ ਸਾਹਿਬ ਤਾੜੀ ਮਾਰ ਕੇ ਨਿਕਲ ਜਾਂਦੇ ਨੇ ਔਰ ਮੁਗਲ ਫੌਜਾਂ ਨੇ ਜਿਹੜੀਆਂ ਉਹ ਖਾਲੀ ਹੱਥ ਵਾਪਸ ਜਾਂਦੀਆਂ ਨੇ। ਉਸ ਤੋਂ ਬਾਅਦ ਗੁਰੂ ਸਾਹਿਬ ਦਾ ਪੈਂਡਾ ਜਿਹੜਾ ਹੈਗਾ ਕਿੱਧਰ ਨੂੰ ਜਾਂਦੇ ਨੇ ਉਹ ਵੀ ਆਪਾਂ ਗੱਲ ਕਰਾਂਗੇ। ਪਰ ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਸੀ, ਕੱਲ ਤੁਸੀਂ ਦੱਸਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਤੇ ਕਫਨ ਪਾਉਣ ਤੋਂ ਵੀ ਮਨਾ ਕਰ ਦਿੱਤਾ ਸੀ। ਫਿਰ ਉਹ ਜਿਹੜੀਆਂ ਦੇਹਾਂ ਸੀਗੀਆਂ ਮ੍ਰਿਤਕ ਸਿੰਘਾਂ ਦੀਆਂ, ਉਹਨਾਂ ਦਾ ਬਾਅਦ ਚੋਂ ਕੀ ਹੋਇਆ ਸੀਗਾ, ਉਸ ਤੋਂ ਆਪਾਂ ਸ਼ੁਰੂ ਕਰੀਏ। ਰਾਏਪੁਰ ਪਿੰਡ ਦੇ ਨਾ ਰਹਿਣ ਵਾਲੇ ਸੀ ਬੀਬੀ ਸ਼ਰਨ ਕੌਰ ਜੀ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਖੰਡੇ ਬਾਟੀ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਜੀ ਜੀ। ਤੇ ਬੀਬੀ ਸ਼ਰਨ ਕੌਰ ਜਦੋਂ ਇਸ ਪਾਸੇ ਨੂੰ ਆਈ ਆ ਜਿੱਥੇ ਸਾਹਿਬਜ਼ਾਦਿਆਂ ਤੇ ਸਿੰਘਾਂ ਦੇ ਸਰੀਰ ਪਏ, ਇੱਥੇ ਨਾਲ ਹੀ ਜਦੋਂ ਗੁਰੂ ਸਾਹਿਬ ਚਲੇ ਗਏ ਤੇ ਉਹ ਆਪਣੇ ਥਾਂ ਦੇ ਉੱਤੇ ਕਲਗੀ ਤੇ ਤੋੜਾ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾ ਗਏ। ਜੀ ਜੀ। ਤੇ ਉਹ ਜਿਹੜੀ ਅਗਲਾ ਦਿਨ ਹੀ ਜਿਹੜਾ 23 ਦਸੰਬਰ ਅੱਜ ਦਾ ਦਿਨ ਜਿਹੜਾ ਹਾਂਜੀ ਮਤਲਬ 9 ਪੋ ਤੇ 1761 ਜੀ ਜੀ, ਉਹ ਭਾਈ ਸੰਗਤ ਸਿੰਘ ਤੇ ਜਿਹੜੇ ਨਾਲ ਦੇ ਸਿੰਘ ਹੀ ਉਹ ਫਿਰ ਟੱਕਰ ਲੈਂਦੇ 10 ਲੱਖ ਫੌਜ ਨਾਲ। ਕਿੰਨੇ ਸਿੰਘ ਬਚ ਗਏ ਸੀ ਉਦੋਂ ਗੁਰੂ ਸਾਹਿਬ ਦੇ? ਮਤਲਬ ਥੋੜੇ ਜਿਹੇ 4-5 ਸਿੰਘ ਰਹਿ ਗਏ ਸੀ। ਤੇ ਉਹ ਅਗਲੀ ਸਵੇਰ ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਇਹ ਲੱਗਾ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸ਼ਾਇਦ ਅਜੇ ਅੰਦਰ ਹੀ ਹੈਗੇ ਆ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਬਾਬਾ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਦਿੱਤਾ ਗਿਆ ਹੈ। ਜੀ ਜੀ। ਤੇ ਬਾਬਾ ਸੰਗਤ ਸਿੰਘ ਸੱਚੇ ਪਾਤਸ਼ਾਹ ਦੇ ਬਚਪਨ ਦਾ ਮਿੱਤਰ ਵੀ ਹੀ,
ਹਮ ਉਮਰ ਵੀ ਹੈਗਾ ਸੀ ਔਰ ਕੱਦ ਕਾਠ ਵੀ ਸੱਚੇ ਪਾਤਸ਼ਾਹ ਵਰਗਾ ਸੀ ਉਹਦਾ। ਠੀਕ ਹੈ। ਇਸੇ ਕਰਕੇ ਸੱਚੇ ਪਾਤਸ਼ਾਹ ਨੇ ਕਲਗੀਧਰ ਬਾਬਾ ਸੰਗਤ ਸਿੰਘ ਦੇ ਸੀਸ ਤੇ ਸਜਾਇਆ ਹੈ। ਠੀਕ ਹੈ। ਉਹ ਫਿਰ ਜਦੋਂ ਉਹਨਾਂ ਨੇ ਹਮਲਾ ਕੀਤਾ ਟੱਕਰ ਦਿੱਤੀ ਸਿੰਘਾਂ ਨੇ, ਬਾਅਦ ਚੋਂ ਸ਼ਹੀਦ ਹੋ ਗਏ। ਤੇ ਬਾਬਾ ਸੰਗਤ ਸਿੰਘ ਦਾ ਸਿਰ ਜਿਹੜਾ ਹੀ ਸੀਸ ਉਹ ਫਿਰ ਵਜ਼ੀਰ ਖਾਨ ਦੇ ਅੱਗੇ ਭੇਜਿਆ ਗਿਆ। ਵਜ਼ੀਰ ਖਾਨ ਨੇ ਫਿਰ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਉਹਨਾਂ ਨੂੰ ਸੱਦਿਆ ਪਛਾਣਨ ਦੇ ਲਈ, ਤੇ ਉਹਨਾਂ ਨੇ ਦੱਸਿਆ ਵੀ ਇਹ ਕੋਈ ਗੁਰੂ ਦਾ ਸਿੰਘ ਆ, ਇਹ ਗੁਰੂ ਗੋਬਿੰਦ ਸਿੰਘ ਨਹੀਂ ਆ। ਇਹ ਗੱਲ ਜਦੋਂ ਵਜ਼ੀਰ ਖਾਨ ਸੁਣਦਾ ਵਾ ਤੇ ਉਹਨੂੰ ਅੱਗ ਲੱਗ ਗਈ ਵੀ ਇੰਨਾ ਨੁਕਸਾਨ ਵੀ ਸਾਡਾ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਉੱਥੋਂ ਚਮਕੌਰ ਦੀ ਗੜੀ ਤੋਂ ਚਲ ਗਏ ਆ। ਤੋਂ ਬਾਬਾ ਸੰਗਤ ਸਿੰਘ ਹੋਣੀ ਵੀ ਜਿਹੜੇ ਆ ਉਹ 9 ਪੋਹ ਨੂੰ ਸ਼ਹੀਦ ਹੋ ਜਾਂਦੇ ਆ ਜੀ। ਫਿਰ ਜਿਹੜੀ ਬੀਬੀ ਸ਼ਰਨ ਕੌਰ ਸੀ, ਬੀਬੀ ਸ਼ਰਨ ਕੌਰ ਜਦੋਂ ਇੱਧਰ ਨੂੰ ਆਈ ਤੇ ਉਹਨੇ ਡਿੱਠਿਆ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ, ਉਹਨੇ ਡਿੱਠਾ ਵਾ ਸਿੰਘਾਂ ਦੇ ਸਰੀਰਾਂ ਨੂੰ, ਕਿਉਂਕਿ ਹਕੂਮਤ ਦੀ ਇਹ ਨੀਅਤ ਹੀ ਵੀ ਇਹ ਜਿਹੜੇ ਸਿੰਘ ਹੈਗੇ ਆ ਇਹਨਾਂ ਦੇ ਸਰੀਰਾਂ ਦੀ ਬੇਅਦਬੀ ਹੋਵੇ। ਅੱਛਾ, ਯਾਨੀ ਕਿ ਮਤਲਬ ਮੁਗਲ ਫੌਜਾਂ ਉਦੋਂ ਤੱਕ ਉੱਥੇ ਹੀ ਸੀਗੀਆਂ 9 ਤਰੀਕ ਨੂੰ। ਤੇ ਬੀਬੀ ਸ਼ਰਨ ਕੌਰ ਦਾ ਇੱਧਰ ਆਉਣ ਦਾ ਸਬੱਬ ਕਿਵੇਂ ਬਣਿਆ? ਰਾਤ ਨੂੰ ਆਏ ਸੀ, ਦਿਨੇ ਆਏ ਸੀ, ਉਹਦੀ ਕੀ ਜਾਣਕਾਰੀ ਹੈ? ਇਹ ਤੇ ਇਹੋ ਜੀ ਵੀ ਸ਼ਾਮ ਦਾ ਵਕਤ ਹੀ। ਠੀਕ ਹੈ। ਤੇ ਜਦੋਂ ਬੀਬੀ ਸ਼ਰਨ ਕੌਰ ਜੀ ਇੱਧਰ ਨੂੰ ਆਏ ਆ, ਕਿਉਂਕਿ ਉਹਨਾਂ ਦਾ ਨੇੜੇ ਪਿੰਡ ਹੀ, ਤੇ ਜਦੋਂ ਹੁਣ ਏਡੀ ਤਕੜੀ ਜੰਗ ਹੋਈ ਆ, ਸੁਭਾਵਿਕ ਆ ਵੀ ਇਲਾਕੇ ਨੂੰ ਤੇ ਪਤਾ ਲੱਗ ਹੀ ਗਿਆ। ਇਸੇ ਕਰਕੇ ਬੀਬੀ ਸ਼ਰਨ ਕੌਰ ਬੜੀ ਬਹਾਦਰ ਸਿੰਘਣੀ ਸੀ, ਗੁਰੂ ਦੀ ਧੀ ਸੀ ਉਹ। ਤੇ ਉਹ ਫਿਰ ਜਦੋਂ ਆਏ ਆ ਤੇ ਉਹਨਾਂ ਨੇ ਆਲੇ ਦੁਆਲਿਓਂ ਬਾਲਣ ਇਕੱਠਾ ਕੀਤਾ। ਬੜੀ ਮਤਲਬ ਬਾਲਣ ਇਕੱਠਾ ਕਰਨ ਤੇ ਵੀ ਕਿੰਨਾ ਸਮਾਂ ਲੱਗਾ ਹੋਊ ਨਾ, ਬਹੁਤ ਦੇਹਾਂ ਦਾ ਸੰਸਕਾਰ ਕਰਨਾ। ਤੇ ਫਿਰ ਉਹਨਾਂ ਨੇ ਸਾਰਿਆਂ ਦਾ ਇਕੱਠਾ ਹੀ ਸੰਸਕਾਰ ਕੀਤਾ। ਯਾਨੀ ਕਿ ਉਹ ਇਸੇ ਮਨਸ਼ਾ ਦੇ ਨਾਲ ਹੀ ਆਏ ਸੀ ਕਿ ਇੱਥੇ ਮਤਲਬ ਜੰਗ ਦੇ ਮੈਦਾਨ 'ਚ ਮੈਂ ਜਾਣਾ ਹੈ ਤੇ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨਾ ਹੈ। ਹਾਂਜੀ, ਬਿਲਕੁਲ ਇਦਾਂ ਹੀ ਹੋ ਸਕਦਾ ਜੀ। ਤੇ ਉਹਨਾਂ ਨੇ ਫਿਰ ਬਾਲਣ ਇਕੱਠਾ ਕੀਤਾ। ਫਿਰ ਇੱਕੋ ਚਿਤਾ ਜਿਹੜੀ ਉਹਦੇ ਵਿੱਚ ਹੀ ਸਾਹਿਬਜ਼ਾਦਿਆਂ ਤੇ ਸਿੰਘਾਂ ਦੇ ਸੰਸਕਾਰ ਹੋਏ। ਉਹ ਜਦੋਂ ਕਹਿੰਦੇ ਅੱਗ ਦੀਆਂ ਲਾਟਾਂ ਨਿਕਲੀਆਂ ਤੇ ਉਹ ਸੁਭਾਵਿਕ ਆ ਵੀ ਉਹ ਦੂਰ ਤੱਕ ਜਾਣੀਆਂ। ਉਹ ਜਿਹੜੀਆਂ ਫੌਜਾਂ ਹੈਗੀਆਂ, ਫੌਜਾਂ ਨੇ ਫਿਰ ਦੇਖਿਆ ਵੀ ਇਹ ਕੌਣ ਆ ਤੇ ਉਹ ਆਏ ਇੱਧਰ ਨੂੰ। ਬੀਬੀ ਸ਼ਰਨ ਕੌਰ ਨੇ ਮੁਕਾਬਲਾ ਕੀਤਾ ਤੇ ਬੀਬੀ ਸ਼ਰਨ ਕੌਰ ਜਿਹੜੀ ਹੈਗੀ ਆ ਉਹ ਵੀ ਮੁਕਾਬਲਾ ਕਰਦਿਆਂ ਉਹਨਾਂ ਨੇ ਕੀ ਕੀਤਾ ਵੀ ਫਿਰ ਬੀਬੀ ਸ਼ਰਨ ਕੌਰ ਨੂੰ ਚੁੱਕ ਕੇ ਚਿਤਾ ਦੇ ਵਿੱਚ ਹੀ ਸਿੱਟਤਾ ਹੈ, ਤਾਂ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਸਾਡੀ ਜਿਹੜੀ ਨਲਾਇਕੀ ਆ ਹਕੂਮਤ ਨੂੰ ਪਤਾ ਲੱਗੂਗਾ, ਸਾਡੇ ਤੇ ਕਾਰਵਾਈ ਹੋਊਗੀ। ਤੋ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਵਿੱਚ ਫਿਰ ਬੀਬੀ ਸ਼ਰਨ ਕੌਰ ਦਾ ਉਚੇਚਾ ਜਿਗਰ ਜਿਹੜਾ ਉਹ ਵੀ ਆ ਜਾਂਦਾ। ਬਿਲਕੁਲ। ਔਰ ਆਪਾਂ ਸੋਚ ਸਕਦੇ ਹਾਂ ਕਿ ਉਦੋਂ ਜੰਗ ਦੇ ਮਾਹੌਲ ਦੇ ਵਿੱਚ ਜਦੋਂ ਮੁਗਲ ਫੌਜਾਂ ਉੱਥੇ ਹੀ ਮੌਜੂਦ ਸਨ, ਉਸ ਵੇਲੇ ਇੱਕ ਸਿੰਘਣੀ ਦਾ ਆਉਣਾ, ਬੀਬੀ ਸ਼ਰਨ ਕੌਰ ਦਾ ਆਉਣਾ, ਸਾਰੀਆਂ ਜਿਹੜੀਆਂ ਦੇਹਾਂ ਨੂੰ ਲੱਭ ਕੇ ਸਿੱਖਾਂ ਦੀਆਂ ਦੇਹਾਂ ਨੂੰ ਫਿਰ ਉਹਨਾਂ ਨੂੰ ਪੂਰਨ ਮਰਿਆਦਾ ਦੇ ਮੁਤਾਬਿਕ ਸੰਸਕਾਰ ਕਰਨਾ ਤੇ ਫਿਰ ਉੱਥੇ ਹੀ ਸ਼ਹੀਦ ਹੋ ਜਾਣਾ, ਉਹ ਵੀ ਕਿਸੇ ਵੱਡੇ ਜਿਗਰੇ ਤੋਂ ਘੱਟ ਦੀ ਗੱਲ ਨਹੀਂ ਹੈ। ਕਿਉਂਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਹੋਏਗਾ ਕਿ ਜੇ ਮੁਗਲ ਫੌਜਾਂ ਇੱਥੇ ਨੇ ਤਾਂ ਮੇਰੀ ਵੀ ਮੌਤ ਹੈ ਜਿਹੜੀ ਉਹ ਯਕੀਨੀ ਹੈ। ਤੇ ਉਹ ਉਸੇ ਥਾਂ ਤੇ ਭਾਈ ਸਾਹਿਬ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੁੰਦੇ, ਹਾਂਜੀ, ਤੇ ਜਿੱਥੇ ਸਾਹਿਬਜ਼ਾਦਿਆਂ ਤੇ ਸਿੰਘਾਂ ਦਾ ਸੰਸਕਾਰ ਹੁੰਦਾ ਜੀ, ਉੱਥੇ ਨੇੜੇ ਤੇੜੇ ਹੀ ਸਾਰਾ ਕੁਝ ਹੁੰਦਾ। ਠੀਕ ਹੈ। ਪਰ ਵੱਡੀ ਗੱਲ ਵੇਖੋ ਵੀ ਜਦੋਂ ਪਤਾ ਹੋਵੇ ਕਿ ਮੌਤ ਤੈਅ ਵਾ, ਬਿਲਕੁਲ, ਆਪਣੇ ਪਿੰਡ ਤੋਂ ਬੀਬੀ ਸ਼ਰਨ ਕੌਰ ਆ ਰਹੀ, ਪਿੰਡੋਂ ਆਣ ਕੇ ਉਹ ਹੱਥੀਂ ਸੰਸਕਾਰ ਕਰ ਰਿਹਾ। ਇਸੇ ਕਰਕੇ ਆਪਾਂ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਜਿਹੜੀਆਂ ਸਾਡੀਆਂ ਭੈਣਾਂ ਵਾ, ਖਾਸ ਕਰਕੇ ਸਿੱਖ ਬੀਬੀਆਂ, ਉਹਨਾਂ ਦਾ ਰੋਲ ਮਾਡਲ ਬੀਬੀ ਸ਼ਰਨ ਕੌਰ ਵੀ ਆ। ਬਿਲਕੁਲ। ਪੰਥ ਜਿਹੜਾ ਵਾ ਉਹ ਬੀਬੀਆਂ ਦਾ ਵੀ ਉਨਾ ਹੀ ਯੋਗਦਾਨ ਆ ਪੰਥ ਦੀ ਚੜ੍ਹਦੀ ਕਲਾ 'ਚ। ਅੱਜ ਦੀਆਂ ਜਿਹੜੀਆਂ ਬੀਬੀਆਂ ਵਾ ਉਹਨਾਂ ਨੂੰ ਵੀ ਸ਼ਰਨ ਕੌਰ ਤੋਂ ਸੇਧ ਲੈ ਰਹੀ। ਮੈਂ ਤੇ ਬੜਾ ਹੈਰਾਨ ਹੀ ਕਿ ਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਆ ਤੇ ਆਪਣੇ ਆਪ ਨੂੰ ਇੱਕ ਬੜਾ ਵੱਡਾ ਸਿੱਖਾਂ ਦਾ ਪ੍ਰਚਾਰਕ, ਬੜਾ ਮਾਈਂਡਡ ਸਿੱਖ ਦੱਸਦਾ। ਉਹ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਵਾਹ ਕਰ ਰਿਹਾ ਸੀ ਇੱਕ ਉਸ ਬੀਬੀ ਦੀ ਜਿਹਨੇ ਕੋਈ ਆਪਣਾ ਸੁੰਦਰੀ ਮੁਕਾਬਲਾ ਜਿੱਤਿਆ, ਸੁੰਦਰਤਾ ਮੁਕਾਬਲਾ ਜਿੱਤਿਆ, ਮਿਸ ਯੂਨੀਵਰਸ ਕੋਈ ਕਹਿੰਦੇ ਵੀ ਉਹ ਮੁਕਾਬਲਾ ਜਿੱਤਿਆ। ਉਹਨੂੰ ਇਹ ਵੀ ਨਹੀਂ ਪਤਾ ਵੀ ਗੁਰਬਾਣੀ ਤੇ ਮੰਨਦੀ ਆ ਵੀ ਸੋਹਣੇ ਤੇ ਸੁੰਦਰ ਉਹੀ ਆ, ਸੇਈ ਸੁੰਦਰ ਸੋਹਣੇ ਸਾਧ ਸੰਗਤ ਜੇ ਬਹਿਣੇ, ਜਿਹੜੇ ਗੁਰੂ ਦੀ ਸੰਗਤ ਕਰਦੇ ਆ। ਬਿਲਕੁਲ। ਵੀ ਤੂੰ ਇਹ ਕਿੱਥੋਂ ਮਤਲਬ ਸਰਟੀਫਿਕੇਟ ਫੜੀ ਫਿਰਦਾ ਵੀ ਮੈਂ ਵਧਾਈ ਦਿੰਦਾ ਵਾਂ, ਫਿਰ ਉਹ ਇੱਕ ਜਕਾਰਾ ਵੀ ਛੱਡਦਾ। ਬਿਲਕੁਲ। ਇਹਨੂੰ ਦੱਸਣਾ ਤੇ ਇਹ ਚਾਹੀਦਾ ਸੀ ਵੀ ਅੱਜ ਦੇ ਦਿਨਾਂ 'ਚ ਸ਼ਹੀਦੀਆਂ ਦੀ ਗੱਲ ਕਰੋ, ਬੀਬੀ ਸ਼ਰਨ ਕੌਰ ਸਾਡੀ ਰੋਲ ਮਾਡਲ ਆ ਜੀ। ਤੇ ਜਦੋਂ ਸਾਡੇ ਪ੍ਰਚਾਰਕ ਹੀ ਇਹ ਕਹਿਣਗੇ ਵੀ ਸਾਡੀ ਰੋਲ ਮਾਡਲ ਕੋਈ ਉਹ ਬੀਬੀ ਆ ਜਿਹੜੀ ਆਪਣੇ ਤਨ ਨੂੰ ਦਿਖਾ ਰਹੀ ਆ, ਤੇ ਫਿਰ ਸਾਡਾ ਭਲਾ ਕਿੱਥੋਂ ਹੋਣਾ? ਇਹਦੇ ਕਾਬੇ ਦੇ ਵਿੱਚੋਂ
ਕੁਫਰ ਨਿਕਲਣ ਵਾਲੀ ਗੱਲ ਹੋਈ ਪਈ ਆ, ਬੜੀ ਗਲਤ ਗੱਲ। ਔਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਆ, ਤਾਂ ਬੀਬੀ ਸ਼ਰਨ ਕੌਰ ਜਿਹੜੀ ਆ ਉਹ ਸਾਡੀ ਰੋਲ ਮਾਡਲ ਆ ਬੀਬੀਆਂ ਦੀ। ਬਿਲਕੁਲ, ਜਿਵੇਂ ਕੱਲ ਪਰਸੋਂ ਆਪਾਂ ਗੱਲ ਕੀਤੀ ਸੀ ਕਿ ਬੀਬੀ ਮੁਮਤਾਜ਼ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਨਿਭਾਈ, ਕਿਹੜੇ ਸਿਦਕ ਦੇ ਨਾਲ ਨਿਭਾਈ। ਉਸ ਤੋਂ ਬਾਅਦ ਬੀਬੀ ਸ਼ਰਨ ਕੌਰ ਜਿਨ੍ਹਾਂ ਨੇ ਐਡੀ ਸੇਵਾ ਕੀਤੀ, ਕਿਉਂਕਿ ਬਹੁਤ ਔਖਾ ਹੋਇਆ ਹੋਏਗਾ ਬੀਬੀ ਸ਼ਰਨ ਕੌਰ ਨੇ ਆਪਣੇ ਘਰੋਂ ਆਉਣਾ, ਘਰ ਦੇ ਵੀ ਰੋਕ ਕੇ, ਕੁਝ ਕੀ ਪਤਾ ਨਹੀਂ ਕਿੰਨਾ ਸੰਘਰਸ਼ ਉਹਨਾਂ ਨੇ ਕੀਤਾ ਹੋਊਗਾ। ਸੋ ਉਹ ਜਿਹੜੀ ਜੂਝਣ ਵਾਲੀ ਜਿਹੜੀ ਸਪਿਰਿਟ ਹੈ ਉਹ ਸਿੱਖ ਬੀਬੀਆਂ ਨੂੰ ਆਪਣੇ ਅੰਦਰ ਜਿਹੜੀ ਲਿਆਉਣੀ ਪਵੇਗੀ, ਨਾ ਕਿ ਇਹੋ ਜਿਹੇ ਪ੍ਰਚਾਰਕ ਜਿਹੜੇ ਪਤਾ ਨਹੀਂ ਸਿੱਖ ਸਿਧਾਂਤਾਂ ਨੂੰ, ਗੁਰਬਾਣੀ ਤੋਂ ਪਰੇ ਹਟ ਕੇ ਕੀ ਕੁਝ ਬੋਲਦੇ ਨੇ, ਜਦੋਂ ਕਿ ਪਤਾ ਸਾਰਾ ਕਿ ਜਿਹੜੇ ਸੁੰਦਰਤਾ ਮੁਕਾਬਲੇ ਨੇ ਸਿਰਫ ਕਾਰਪੋਰੇਟਾਂ ਦਾ ਇੱਕ ਜਾਲ ਹੈਗਾ ਆ, ਆਪਣੇ ਵਪਾਰ ਨੂੰ ਵਧਾਉਣ ਦਾ ਇੱਕ ਜਿਹੜਾ ਜਾਲ ਹੈ। ਖੈਰ ਭਾਈ ਸਾਹਿਬ, ਫਿਰ ਉਸ ਤੋਂ ਬਾਅਦ ਗੁਰਦੁਆਰਾ ਕਤਲਗੜ੍ਹ ਸਾਹਿਬ ਵਾਲੀ ਥਾਂ ਦੇ ਉੱਤੇ ਜਿਹੜਾ ਅਸਥਾਨ ਹੈ ਉਹ ਕਦੋਂ ਉਸਰਦਾ ਹੈਗਾ, ਕਦੋਂ ਇੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਉਸਾਰੀ ਹੁੰਦੀ ਹੈ, ਕੌਣ ਲੱਭਦਾ ਇਸ ਸਥਾਨ ਨੂੰ? ਦੇਖੋ ਜੀ, ਜਿਹੜੇ ਇਲਾਕੇ ਦੇ ਲੋਕ ਆ ਜੀ, ਬਜ਼ੁਰਗ, ਉਹਨਾਂ ਦੇ ਕਹਿਣ ਦੇ ਮੁਤਾਬਕ ਬੇਲੇ ਪਿੰਡ ਦੇ ਹੋਏ ਇੱਕ ਸਰਦਾਰ ਹਰਦਿਆਲ ਸਿੰਘ ਜੀ, ਉਹਨਾਂ ਦੀ ਲਿਵ ਲੱਗੀ ਕਲਗੀਧਰ ਪਾਤਸ਼ਾਹ ਵੱਲ ਨੂੰ, ਤੇ ਉਹ ਰੋਜ਼ ਹੀ ਅਰਦਾਸ ਕਰਦੇ ਹੁੰਦੇ ਸੀ ਵੀ ਮਹਾਰਾਜ ਜਿਸ ਮੁਕਾਮ ਦੇ ਉੱਤੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਮੈਨੂੰ ਉਸ ਮੁਕਾਮ ਦੇ ਬਾਰੇ ਦੱਸ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਮੈਨੂੰ ਉਸ ਥਾਂ ਦੇ ਬਾਰੇ ਦੱਸ। ਉਹ ਅਰਦਾਸਾਂ ਬੇਨਤੀਆਂ ਰੋਜ਼ ਹੀ ਕਰਦੇ, ਪਾਠ ਬਹੁਤ ਜ਼ਿਆਦਾ ਕਰਦੇ ਗੁਰਬਾਣੀ ਦਾ, ਕਿਉਂਕਿ ਸਿੱਖ ਨੂੰ ਤੇ ਗੁਰਬਾਣੀ ਦਾ ਹੀ ਓਟ ਆਸਰਾ। ਤੇ ਫਿਰ ਉਹ ਜਦੋਂ ਅਰਦਾਸਾਂ ਬੇਨਤੀਆਂ ਕਰਦੇ ਰਹੇ ਤੇ ਉਹ ਜਿੱਥੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਆ, ਉਸ ਸਥਾਨ ਦਾ ਪਤਾ ਲੱਗਾ। ਨਹੀਂ, ਯਾਨੀ ਕਿ ਜਦੋਂ ਇਹ ਸਾਰਾ ਚਮਕੌਰ ਸਾਹਿਬ ਦੀ ਜੰਗ ਵਾਪਰਦੀ ਹੈ, ਉਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਤਾਂ ਉੱਥੇ ਰਹਿੰਦੇ ਹੋਣਗੇ, ਪਤਾ ਸੀ ਜੰਗ ਹੋਇਆ, ਤੇ ਉੱਥੇ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉੱਥੇ ਦੀਵਾ ਬਾਲ ਕੇ ਆਉਂਦੇ ਸੀ ਲੋਕ, ਇੱਥੇ ਨਹੀਂ ਇਸ ਤਰ੍ਹਾਂ ਕੋਈ ਸਾਂਭ ਕੇ ਰੱਖੀ ਗਈ ਯਾਦ? ਦੇਖੋ, ਜਿਹੜੀਆਂ ਹਕੂਮਤਾਂ ਹੁੰਦੀਆਂ ਜਿੰਨਾ ਚਿਰ ਤੱਕ ਉਹ ਜੋਬਨ ਤੇ ਰਹਿੰਦੀਆਂ, ਜਿਨ੍ਹਾਂ ਨੂੰ ਹਕੂਮਤਾਂ ਬਾਗੀ ਮੰਨਦੀਆਂ ਔਰ ਜਿਨ੍ਹਾਂ ਨੇ ਹਕੂਮਤਾਂ ਦਾ ਜਿਹੜਾ ਤਾਜ ਆ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤੇ ਆਮ ਲੋਕਾਂ ਦਾ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ ਹੁੰਦੀ, ਜਿਨ੍ਹਾਂ ਨੂੰ ਹਕੂਮਤ ਬਾਗੀ ਕਹਿੰਦੀ ਆ, ਅਸੀਂ ਸ਼ਹੀਦ ਕਹਿੰਦੇ ਆ, ਉਹਨਾਂ ਦੇ ਨਾਮੋ ਨਿਸ਼ਾਨ ਮਿਟਾਉਣ ਦੀ ਗੱਲ ਹੁੰਦੀ ਆ ਹਕੂਮਤਾਂ ਦੇ ਵੱਲੋਂ। ਤੁਸੀਂ ਅੱਜ ਹੀ ਵੇਖ ਲਓ, ਆਪਣਾ ਜਦੋਂ ਖਾੜਕੂ ਸੰਘਰਸ਼ ਰਿਹਾ ਤੇ ਪਿੰਡਾਂ 'ਚ ਨਿਸ਼ਾਨ ਸਾਹਿਬ ਲਾਏ ਤੇ ਬੜੇ ਵੱਢਦੇ, ਮਤਲਬ ਸਰਕਾਰਾਂ ਨੇ ਜਾ ਕੇ ਉਹ ਨਿਸ਼ਾਨ ਨਹੀਂ ਤੇ ਉਹਨਾਂ ਨੂੰ ਚੁੱਭਦਾ ਵਾ, ਕਿਉਂਕਿ ਉਹ ਨਿਸ਼ਾਨ ਨੂੰ ਵੇਖ ਕੇ ਹੀ ਜਜ਼ਬਾ ਪੈਦਾ ਹੋਣਾ, ਨਿਸ਼ਾਨ ਨੂੰ ਵੇਖ ਕੇ ਹੀ ਭਾਵਨਾ ਪੈਦਾ ਹੋਣੀ, ਨਿਸ਼ਾਨ ਨੂੰ ਵੇਖ ਕੇ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਅੰਦਰੋਂ ਜ਼ਰੂਰਤ ਪੈਦਾ ਹੋਣੀ। ਤਾਂ ਹਕੂਮਤ ਨੇ ਕੋਸ਼ਿਸ਼ ਕੀਤੀ ਕਿ ਪਤਾ ਹੀ ਨਾ ਲੱਗੇ। ਇਹ ਤਾਂ ਮਹਾਰਾਜ ਦੀ ਮਿਹਰ ਆ ਵੀ ਸੱਚੇ ਪਾਤਸ਼ਾਹ ਨੇ ਬਾਅਦ 'ਚ ਸਰਦਾਰ ਹਰਦਿਆਲ ਸਿੰਘ ਹੋਣਾ ਦੇ ਰਾਹੀਂ ਇਹ ਜਿਹੜਾ ਥਾਂ ਹੀ ਇਹ ਪ੍ਰਗਟ ਕੀਤਾ। ਔਰ ਇਹ ਵੀ ਮਤਲਬ ਕਹਿੰਦੇ ਆ ਉਹਨਾਂ ਦੇ ਇਲਾਕੇ ਦੇ ਲੋਕ ਕਿ ਜਿਹੜੇ ਸਰਦਾਰ ਹਰਦਿਆਲ ਸਿੰਘ ਹੀ, ਜਦੋਂ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ, ਤੇ ਜਦੋਂ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਤੇ ਇਹਨਾਂ ਨੇ ਭਾਈ ਸਾਹਿਬ ਨੂੰ ਆਖਿਆ ਵੀ ਭਾਈ ਸਾਹਿਬ ਅਰਦਾਸ ਕਰਿਓ। ਤੇ ਉਹਨਾਂ ਨੇ ਆਖਿਆ ਜੀ ਕਿਹੜੀ ਅਰਦਾਸ? ਉਹਨਾਂ ਨੇ ਆਖਿਆ ਜੀ ਵੀ ਇਹ ਬੇਨਤੀ ਕਰਿਓ ਕਲਗੀਧਰ ਪਾਤਸ਼ਾਹ ਮੇਰੇ ਘਰੇ ਔਲਾਦ ਨਾ ਹੋਵੇ। ਤੇ ਉਹ ਮਤਲਬ ਅਰਦਾਸ ਕਰਨ ਵਾਲੇ ਭਾਈ ਸਾਹਿਬ ਨੇ ਆਖਿਆ ਵੀ ਇਹ ਕਿੱਦਾਂ ਦੀ ਅਰਦਾਸ ਹੋਈ? ਬੜੀ ਹੈਰਾਨੀ ਦੀ ਗੱਲ ਹੈ ਵੀ ਇਹ ਮੰਗ ਕਿਉਂ? ਹਾਂ, ਵੀ ਇਹ ਮੰਗ ਕਿਉਂ ਅਰਦਾਸ ਇਹ ਕਰਾ ਰਹੇ ਹੋ? ਚਲੋ ਕਹਿੰਦੇ ਭਾਈ ਸਾਹਿਬ ਨੇ ਅਰਦਾਸ ਕੀਤੀ, ਫਿਰ ਸਰਦਾਰ ਹਰਦਿਆਲ ਸਿੰਘ ਪਿੰਡ ਬੇਲਾ ਇਹਨਾਂ ਨੇ ਆਪ ਹੀ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮਿਹਰ ਕਰਿਓ, ਕਿਰਪਾ ਕਰਿਓ, ਮੇਰੇ ਘਰੇ ਔਲਾਦ ਨਾ ਹੋਵੇ। ਔਰ ਉਹਨਾਂ ਦੇ ਘਰੇ ਔਲਾਦ ਨਹੀਂ ਹੋਈ। ਜਦੋਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਨਾ ਵੀ ਤੁਸੀਂ ਇਹ ਅਰਦਾਸ ਕਿਉਂ ਕੀਤੀ, ਚਰਚਾ ਛਿੜੀ ਹੋਊਗੀ। ਤੇ ਉਹਨਾਂ ਨੇ ਇਹ ਦੱਸਿਆ ਸੀ ਵੀ ਵੇਖੋ ਇਹ ਉਹ ਥਾਂ ਵਾ ਜਿੱਥੇ ਕਲਗੀਧਰ ਪਾਤਸ਼ਾਹ ਨੇ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ, ਹੱਕ ਸੱਚ ਦੇ ਵਾਸਤੇ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਰੱਖੈ ਹਮਰੀ ਗੁਰਿਆਈ ਦੇ ਸੰਕਲਪ ਵਾਸਤੇ ਆਪਣੇ ਪੁੱਤਰਾਂ ਦੀ ਸ਼ਹਾਦਤ ਕਰਵਾਈ ਆ ਅੱਖਾਂ ਦੇ ਸਾਹਮਣੇ। ਔਰ ਜਿਸ ਗੁਰੂ ਪਿਤਾ ਨੇ ਆਪਣੇ ਪੁੱਤ ਵੀ ਨਹੀਂ ਰੱਖੇ, ਜਿਗਰ ਦੇ ਟੁਕੜੇ ਆ ਨਾ ਪੁੱਤ, ਜਿਗਰ ਦੇ ਟੁਕੜੇ ਵੀ ਸੱਚੇ ਪਾਤਸ਼ਾਹ ਨੇ ਕੁਰਬਾਨ ਕਰ ਦਿੱਤੇ ਆ, ਉਹ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣ ਗਿਆ। ਕੱਲ ਨੂੰ ਕੋਈ ਮੇਰਾ ਪੁੱਤ ਆ ਜਾਂ ਗਾਂ ਹੋਰ ਜਿਹੜੀ ਵੰਸ਼ ਚੱਲਣੀ ਆ, ਉਹ ਆਣ ਕੇ ਕਹਿਣ ਵੀ ਇਹ ਗੁਰਦੁਆਰੇ ਦੀ ਸੇਵਾ ਤੇ ਸਾਡੇ ਵੱਡਿਆਂ ਨੇ ਕਰਾਈ ਵੀ ਗੁਰੂ ਪਾਤਸ਼ਾਹ ਨੇ ਤੇ ਪੰਥ ਦੇ ਲਈ ਆਪਣੇ ਪੁੱਤ ਕੁਰਬਾਨ ਕਰਤੇ। ਔਰ ਕੱਲ ਨੂੰ ਕੋਈ ਸਾਡਾ ਦਾਵਾ ਕਰੇ ਤਾਂ ਕਰਕੇ ਬੇਨਤੀ ਆ ਵੀ ਇਹ ਨਾ ਆਵੇ। ਉਹਨਾਂ ਦੇ ਘਰੇ ਔਲਾਦ ਹੋਈ ਵੀ ਨਹੀਂ, ਮਹਾਰਾਜ ਨੇ ਸੁਣੀ ਆ
ਕਮਾਲ ਹੈ। ਉਹਨਾਂ ਦੇ ਘਰੇ ਔਲਾਦ ਹੋਈ ਵੀ ਨਹੀਂ, ਐਸੀ ਭਾਵਨਾ ਜਿਹੜੀ ਉਹਨਾਂ ਗੁਰਸਿੱਖਾਂ ਦੇ ਵਿੱਚ ਹੈਗੀ। ਬਿਲਕੁਲ ਇਹੋ ਜੀ ਭਾਵਨਾ ਨੂੰ ਸੱਚੀ ਮੁੱਚੀ ਮਤਲਬ ਸਿੱਜਦਾ ਹੁੰਦਾ ਹੈ, ਕਿਉਂਕਿ ਕਿੰਨੀ ਸੱਚਮੁੱਚ ਇਹ ਕਿੰਨੀ ਸੱਚੀ ਸਮਰਪਣ ਦੀ ਭਾਵਨਾ ਸੀ ਕਿ ਔਲਾਦ ਹੀ ਨਾ ਹੋਵੇ, ਤਾਂ ਕਿ ਕੋਈ ਮੇਰੇ ਅੱਗੇ ਵੰਸ਼ ਦਾ ਕਹਿ ਨਾ ਸਕੇ ਉੱਠ ਕੇ ਕਿ ਹਾਂ ਇਹ ਸਾਡੇ ਵੱਡੇ ਵਡੇਰਿਆਂ ਨੇ ਥਾਂ ਬਣਾਇਆ ਹੈਗਾ। ਸੋ ਭਾਈ ਸਾਹਿਬ, ਉਸ ਤੋਂ ਬਾਅਦ ਜੇ ਆਪਾਂ ਹੁਣ ਗੱਲ ਕਰ ਲਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਸ ਤੋਂ ਬਾਅਦ ਕਿੱਧਰ ਨੂੰ ਜਾਂਦੇ ਨੇ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਫਿਰ ਅੱਗੇ ਗਏ ਨੇ। ਇਤਿਹਾਸ ਦੇ ਵਿੱਚ ਲਿਖਿਆ ਕਿ ਕਿਹੜੀ ਅਫਗਾਨਾ ਪਿੰਡ ਆ ਜੀ, ਉੱਥੇ ਜਦੋਂ ਸੱਚੇ ਪਾਤਸ਼ਾਹ ਪਹੁੰਚੇ ਤੇ ਦੋ ਗੁੱਜਰ ਹੀ ਅਲਫੂ ਤੇ ਗਾਮੂ ਜੀ, ਇਹਨਾਂ ਨੇ ਸਤਿਗੁਰੂ ਜੀ ਨੂੰ ਪਛਾਣ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਇਹਨਾਂ ਨੂੰ ਭਈ ਰੌਲਾ ਨਾ ਪਾਓ। ਜਦੋਂ ਇਹਨਾਂ ਰੌਲਾ ਪਾਇਆ ਪਛਾਣ ਕੇ, ਇਹਨਾਂ ਨੂੰ ਇਹ ਵੀ ਇਨਾਮ ਮਿਲ ਜੇ, ਲਾਲਚ ਬਹੁਤ ਬੁਰਾ ਹੁੰਦਾ। ਤੇ ਮਹਾਰਾਜ ਨੇ ਪਹਿਲਾਂ ਸਮਝਾਇਆ, ਜਦੋਂ ਨਹੀਂ ਸਮਝੇ ਤੇ ਮਹਾਰਾਜ ਨੇ ਆਪਣੀ ਤੇਗ ਦੇ ਨਾਲ ਫਿਰ ਦੋਨਾਂ ਦਾ ਜਿਹੜਾ ਸੀਸ ਹੀ ਧੜ ਤੋਂ ਅਲੱਗ ਕਰਤਾ। ਕਲਗੀਧਰ ਪਾਤਸ਼ਾਹ ਨੇ ਅਲਫੂ ਤੇ ਗਾਮੂ ਦਾ, ਕਿਉਂਕਿ ਉਹ ਲਾਲਚ ਚ ਆ ਗਏ। ਉਹਨਾਂ ਨੇ ਇਹ ਵੀ ਗੁਰੂ ਸਾਹਿਬ ਨੂੰ ਅਸੀਂ ਫੜਾ ਦੇਣਾ। ਤਾਂ ਗੁਰੂ ਸਾਹਿਬ ਨੇ ਜਿਹੜੀ ਤੇਗ ਰੱਖੀ ਸੀ ਨਾ ਆਪਣੇ ਕੋਲ, ਅੱਜ ਕੱਲ ਵੀ ਇਹ ਬੜਾ ਮੁੱਦਾ ਵੀ ਕਈ ਬਹੁਤੇ ਜ਼ਿਆਦਾ ਸਾਡੇ ਇਦਾਂ ਕਹਿ ਦਿੰਦੇ ਵੀ ਮਾਰ ਹੀ ਦੇਣਾ ਕਿਸੇ ਨੂੰ। ਹੁਣ ਵੇਖੋ ਵੀ ਕਲਗੀਧਰ ਪਾਤਸ਼ਾਹ ਨੇ ਅਲਫੂ ਤੇ ਗਾਮੂ ਦਾ ਗਾਟਾ ਲਾਇਆ ਹੀ ਹੈ ਨਾ। ਗੱਲ ਜਦੋਂ ਤੁਹਾਡੀ ਕੌਮ ਦੀ ਹੋਂਦ ਦੀ ਆ, ਗੱਲ ਜਦੋਂ ਉਹਨਾਂ ਦੇ ਮਨ 'ਚ ਪਾਪ ਹੀ ਆ ਗਿਆ ਅਲਫੂ ਤੇ ਗਾਮੂ ਦੇ, ਜਦੋਂ ਸਮਝਾਇਆ ਸਮਝੇ ਹੀ ਨਹੀਂ ਤੇ ਫਿਰ ਕੀ ਕਰੋਗੇ? ਚੂੰਕਾਰ ਆਜ਼ਾਮਾ ਹੀਲ ਤੇ ਦਰਗੁਦਸਤ ਹਲਾਲ ਅਸਤ ਬੁਰਦਨ ਸ਼ਮਸ਼ੀਰ ਦਸਤ। ਔਰ ਨਾਲੇ ਪਤਾ ਸੀ ਨਾ, ਕਿਉਂਕਿ ਗੁਰੂ ਸਾਹਿਬ ਜੇ ਉੱਥੋਂ ਨਿਕਲੇ ਨੇ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ ਨੇ ਤਾਂ ਕਿਸੇ ਮਕਸਦ ਲਈ ਨਿਕਲੇ ਨੇ। ਆਪਣਾ ਸਾਰਾ ਕੁਝ ਤਾਂ ਲੁਟਾਇਆ ਨੇ, ਸਾਰਾ ਪਰਿਵਾਰ ਉਹਨਾਂ ਨੇ ਵਾਰਤਾ। ਉਹਨਾਂ ਨੂੰ ਕੋਈ ਨਿੱਜ ਦਾ ਲਾਲਚ ਤਾਂ ਹੈ ਨਹੀਂ ਸੀ, ਪਤਾ ਵੀ ਅਲਫੂ ਗਾਮੂ ਅੱਜ ਲਾਲਚੀ ਨੇ, ਇਹਨਾਂ ਨੇ ਲਾਲਚੀ ਹੀ ਰਹਿਣਾ ਹੈਗਾ। ਸੋ ਗੁਰੂ ਸਾਹਿਬ ਨੇ ਇੱਕ ਮਕਸਦ ਦੇ ਲਈ ਜਾਣਾ ਸੀ, ਬਹੁਤ ਅੱਗੇ ਜਾਣਾ ਸੀ, ਜਾਣੀ ਜਾਣ ਪਾਤਸ਼ਾਹ ਸੀਗੇ। ਸੋ ਉਸ ਤੋਂ ਬਾਅਦ ਦੇਖੋ ਅਸੀਂ ਤੇ ਸਿੱਖਾਂ ਨੇ ਗੁਰੂ ਤੋਂ ਸੇਧ ਲੈਣੀ। ਸਾਨੂੰ ਨਹੀਂ ਪਤਾ ਕੋਈ ਕੀ ਕਹਿੰਦਾ, ਕੀ ਲੋਕਾਂ ਵੱਲੋਂ ਕੀ ਗੱਲਾਂ ਸਮਝਾਈਆਂ ਜਾਂਦੀਆਂ। ਸਾਡੇ ਗੁਰੂ ਨੇ ਜੋ ਆਖਿਆ ਉਹ ਸਾਡੇ ਲਈ ਆਖਰੀ ਆ। ਗੁਰੂ ਤੋਂ ਸਿੱਖ ਸੇਧ ਲੈਂਦਾ ਹੋਣਾ। ਬੇਅਦਬੀਆਂ ਦੀ ਗੱਲ ਹੋਈ ਆ ਤੇ ਸਿੱਖਾਂ ਨੇ ਆਪਣੇ ਤਰੀਕੇ ਨਾਲ ਸਜ਼ਾ ਦਿੱਤੀ ਆ, ਤੇ ਕਈ ਜਿਹੜੇ ਲਿਬਰਲ ਆ ਜਾਂ ਹੋਰ ਕਈ ਸੋਚ ਵਾਲੇ ਆ ਉਹਨਾਂ ਨੇ ਬੜੇ ਇਹ ਕਿਹਾ ਜੀ ਵੀ ਇਦਾਂ ਹੈ ਉਦਾਂ ਹੈ। ਗੱਲ ਇਹ ਆ ਵੀ ਗੁਰੂ ਹੀ ਸਾਡੇ ਲਈ ਸਭ ਕੁਝ ਆ। ਜਦੋਂ ਕੋਈ ਗੁਰੂ ਦੀ ਬੇਅਦਬੀ ਕਰਨ ਆ ਗਿਆ ਔਰ ਉਹਨੇ ਕਰ ਵੀ ਦਿੱਤੀ ਤੇ ਫਿਰ ਮੱਕੇ ਤੋਂ ਪਰੇ ਕਹਿੰਦੇ ਵੀ ਉਜਾੜ ਹੀ ਆ ਨਾ ਮੁਸਲਮਾਨ ਲਈ। ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਤੇ ਹਰਮੰਦਰ ਤੋਂ ਪਰੇ ਉਜਾੜ ਹੀ ਆ। ਔਰ ਨਾਲੇ ਮੈਂ ਵੀ ਸੋਚਦੀ ਹੁੰਦੀ ਆ ਵੀਰ ਜੀ ਕਿ ਇੱਥੇ ਸਾਡੇ ਜਿਹੜੇ ਹੈਗੇ ਨੇ, ਸਾਡੀ ਜਿਹੜੀ ਸੋਚ ਦੇ ਦੋ ਪੱਖ, ਦੋਗਲੇ ਪੱਖ ਕਿਉਂ ਦਿਖਦੇ ਨੇ। ਜਦੋਂ ਆਪਾਂ ਇਹ ਨਹੀਂ ਕਹਿੰਦੇ ਕਿ ਬਲਾਤਕਾਰ ਵਰਗੀ ਘਟਨਾ ਜਿਹੜੀ ਹੈ ਉਹ ਬਹੁਤ ਛੋਟੀ ਹੈ, ਜਦੋਂ ਕੋਈ ਰੇਪ ਵਰਗੀ ਘਟਨਾ ਹੁੰਦੀ ਹੈ ਤਾਂ ਉਹੀ ਲੋਕ ਉੱਠ ਕੇ ਖੜੇ ਹੁੰਦੇ ਨੇ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿਓ। ਤਾਂ ਉੱਥੇ ਫਿਰ ਮਾਰਨਾ ਕਿਵੇਂ ਤੁਸੀਂ ਕਰ ਸਕਦੇ ਹੋ, ਡਿਫੈਂਡ ਕਰਦੇ ਹੋ। ਤੇ ਇਹ ਤਾਂ ਹੁਣ ਸਿੱਖਾਂ ਦੀ ਭਾਵਨਾ ਹੈਗੀ ਨਾ ਕਿ ਸਿੱਖਾਂ ਦੇ ਲਈ ਗੁਰੂ ਤੋਂ ਉੱਤੇ ਕੁਝ ਹੈ ਹੀ ਨਹੀਂ। ਜੇ ਭਾਰਤ ਦਾ ਰਾਸ਼ਟਰਪਤੀ ਹੈ ਤੇ ਭਾਰਤ ਦੇ ਰਾਸ਼ਟਰਪਤੀ ਦੀ ਕੰਧ, ਰਾਸ਼ਟਰਪਤੀ ਭਵਨ ਦੀ ਕੋਈ ਕੰਧ ਟੱਪਣ ਲੱਗੇ, ਉੱਥੇ ਜਿਹੜੀਆਂ ਫੋਰਸਾਂ ਨੇ ਉਹ ਨਾਲ ਦੀ ਨਾਲ ਗੋਲੀ ਮਾਰਨੀਆਂ, ਫਿਰ ਉੱਥੇ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਜਸਟੀਫਾਈ ਕਰਦੇ ਹੋ? ਮੈਂ ਉਹੀ ਨਾ ਜੀ, ਸਿੱਖ ਦੇ ਵਾਸਤੇ ਗੁਰੂ ਵਾਲਾ ਸੰਵਿਧਾਨ ਹੀ ਵੱਡਾ। ਠੀਕ ਆ, ਅਸੀਂ ਹਰ ਇੱਕ ਦਾ ਸਤਿਕਾਰ ਕਰਦੇ ਹਾਂ, ਅਦਬ ਕਰਦੇ ਹਾਂ, ਪਰ ਗੁਰੂ ਤੋਂ ਪਰੇ ਸਾਡੇ ਲਈ ਹੈ ਹੀ ਕੁਛ ਨਹੀਂ। ਸਾਡੇ ਗੁਰੂ ਨੇ ਸਿਖਾਤਾ। ਜੇ ਅਲਫੂ ਤੇ ਗਾਮੂ ਦਾ ਗਾਟਾ ਲਾਇਆ ਵਾ ਤੇ ਜੇ ਅੱਜ ਵਾਲੇ ਹੁੰਦੇ ਤੇ ਇਹਨਾਂ ਕਹਿਣਾ ਸੀ ਪਾਪ ਕਰਤਾ, ਪਰ ਲਾਤਾ। ਸਾਡੇ ਇਤਿਹਾਸ 'ਚ ਲਿਖਿਆ, ਸਾਨੂੰ ਮਾਣ ਕਿ ਜਦੋਂ ਉਹਨਾਂ ਦੇ ਮਨ ਦੇ ਵਿੱਚ ਲੋਭ ਲਾਲਚੀ ਆ ਗਿਆ, ਪਾਪ ਹੀ ਆ ਗਿਆ, ਤੇ ਫਿਰ ਹੱਲ ਹੀ ਕੀ ਹੈਗਾ? ਬਿਲਕੁਲ। ਔਰ ਇਹ ਤਾਂ ਸਿੱਖਾਂ ਦਾ ਇਤਿਹਾਸ ਦੱਸਦਾ ਹੈ ਕਿ ਸਿੱਖ ਆਪਣੇ ਮੁਕੱਦਸ ਅਸਥਾਨ ਦੀ ਸੁਰੱਖਿਆ ਦੇ ਲਈ, ਰਾਖੀ ਦੇ ਲਈ ਜਾਨਾਂ ਲੈਂਦੇ ਵੀ ਰਹੇ ਨੇ ਤੇ ਦਿੰਦੇ ਵੀ ਰਹੇ ਨੇ। ਆਪਾਂ ਦੇਖ ਲਈਏ ਸ਼ਹੀਦ ਬਾਬਾ ਦੀਪ ਸਿੰਘ, ਉਹਨਾਂ ਨੇ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਦੇ ਲਈ, ਉੱਥੇ ਜੋ ਕੁਝ ਹੋ ਰਿਹਾ ਸੀ ਉਸ ਨੂੰ ਮਿਟਾਉਣ ਦੇ ਲਈ, ਉਸ ਨੂੰ ਬੰਦ ਕਰਾਉਣ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਖੈਰ ਆਪਾਂ ਅੱਗੇ ਵਧੀਏ ਭਾਈ ਸਾਹਿਬ। ਉਸ ਤੋਂ ਬਾਅਦ ਗੁਰੂ ਸਾਹਿਬ ਫਿਰ ਉਸ ਤੋਂ ਬਾਅਦ ਦਾ ਪੈਂਡਾ ਕੀ ਸੀ? ਉਹਦੇ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜਾ ਸਾਹਿਬ ਜਾਂਦੇ ਜੀ, ਜਿੱਥੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਬਣਿਆ। ਉੱਥੇ ਤੁਸੀਂ ਜਾਓਗੇ, ਉੱਥੇ ਇੱਕ ਪੁਰਾਣਾ ਰੁੱਖ ਵੀ ਆ ਔਰ ਉੱਥੇ ਇੱਕ ਪੁਰਾਣਾ ਖੂਹ ਵੀ ਆ ਜੀ। ਦੀਨ ਦੁਨੀਆ ਦੇ ਪਾਤਸ਼ਾਹ ਉੱਥੇ ਜੰਡ ਦਾ ਸਰਾਣਾ ਲਾ ਕੇ ਸੌਂ ਗਏ। ਉੱਥੇ ਹੀ ਉਹਨਾਂ ਨੇ ਆਖਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਅਜੇ ਵੀ ਪ੍ਰਮਾਤਮਾ ਦੇ ਸ਼ੁਕਰ ਦੇ ਵਿੱਚ, ਉਹ ਧੰਨਵਾਦ ਦੇ ਵਿੱਚ ਆ। ਇੱਥੇ ਹੀ ਉਹਨਾਂ ਨੂੰ ਆਣ ਕੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਮਿਲਦੇ ਆ। ਇੱਥੇ ਆਣ ਕੇ ਫਿਰ ਭਾਈ ਮਾਨ ਸਿੰਘ ਉਹਨਾਂ ਨੂੰ ਮਿਲਦੇ ਆ। ਸੱਚੇ ਪਾਤਸ਼ਾਹ ਦਾ ਜਿਹੜਾ ਚੋਲਾ ਵਾ ਉਹ ਪੂਰੀ ਤਰ੍ਹਾਂ
ਫਟ ਚੁੱਕਾ ਸੀ। ਪੈਰਾਂ ਦੇ ਵਿੱਚ ਜੋੜਾ ਨਹੀਂ ਹੈਗਾ ਉਸ ਵੇਲੇ, ਉਹਨਾਂ ਦੇ ਪੈਰਾਂ ਦੇ ਵਿੱਚੋਂ ਇਤਿਹਾਸਕਾਰ ਕਹਿੰਦੇ ਕਿ ਖੂਨ ਨਿਕਲ ਰਿਹਾ ਸੀ। ਤੇ ਉੱਥੇ ਹੈਗੇ ਸੀ ਗੁਲਾਬ ਸਿੰਘ ਤੇ ਪੰਜਾਬ ਸਿੰਘ ਜੀ। ਉਹਨਾਂ ਦਾ ਨੌਕਰ ਜਦੋਂ ਖੇਤਾਂ ਦੇ ਵਿੱਚ ਆਇਆ ਤੇ ਉਹਨਾਂ ਨੇ ਵੇਖਿਆ ਵੀ ਬੜਾ ਨੂਰ ਆ ਪਰ ਸਰੀਰਕ ਹਾਲਤ ਬਹੁਤ ਲਹੂ ਲੁਹਾਨ ਆ, ਤੇ ਕੋਈ ਰੱਬ ਦਾ ਪਿਆਰਾ ਤੇ ਨਾਲ ਉਹਨਾਂ ਦੇ 2 ਹੋਰ ਆ, ਉਹ ਉੱਥੇ ਬੈਠੇ ਹੋਏ ਸਾਡੇ ਖੂਹ ਦੇ ਉੱਤੇ। ਉਹਨਾਂ ਨੇ ਜਾ ਕੇ ਗੁਲਾਬ ਸਿੰਘ ਤੇ ਪੰਜਾਬ ਸਿੰਘ ਨੂੰ ਦੱਸਿਆ। ਗੁਲਾਬ ਸਿੰਘ ਤੇ ਪੰਜਾਬ ਸਿੰਘ ਦੌੜੇ ਆਏ, ਉਹਨਾਂ ਨੇ ਆਣ ਕੇ ਸਿਆਣ ਲਿਆ ਵੀ ਇਹ ਤੇ ਪੰਥ ਦੇ ਵਾਲੀ ਸਾਡੇ ਗੁਰੂ ਗੋਬਿੰਦ ਸਿੰਘ ਆ, ਕਿਉਂਕਿ ਗੁਲਾਬ ਸਿੰਘ ਤੇ ਪੰਜਾਬ ਸਿੰਘ ਗੁਰੂ ਘਰ ਦੇ ਮਸੰਦ ਸੀ। ਇਹ ਗੁਰੂ ਘਰ ਲਈ ਕਾਰਪੇਟਾ ਇਕੱਠੀ ਕਰਦੇ। ਫਿਰ ਇਹਨਾਂ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਘਰੇ ਆਓ। ਫਿਰ ਗੁਲਾਬ ਸਿੰਘ ਤੇ ਪੰਜਾਬ ਸਿੰਘ ਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਾਂਦੇ ਆ। ਉੱਥੇ ਹੀ ਰਹਿਣ ਵਾਲੇ ਸੀ ਗੁਰੂ ਘਰ ਦੇ 2 ਬੜੇ ਪਿਆਰੇ ਸ਼ਰਧਾਲੂ, ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਤੇ ਭਰੋਸਾ ਰੱਖਣ ਵਾਲੇ ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਜੀ। ਇਹਨਾਂ ਨੇ ਵੀ ਸੁਣਿਆ ਵੀ ਗੁਰੂ ਪਾਤਸ਼ਾਹ ਦਾ ਪਰਿਵਾਰ ਵਿਛੜ ਗਿਆ, ਕਿਉਂਕਿ ਮਾਛੀਵਾੜਾ ਤੇ ਚਮਕੌਰ ਸਾਹਿਬ ਕੋਈ ਬਾਹਲੀ ਦੂਰ ਵੀ ਨਹੀਂ ਆ। ਤਾਂ ਗੱਲ ਫੈਲ ਗਈ ਕਿ ਗੁਰੂ ਕੇ 2 ਪੁੱਤ ਸ਼ਹੀਦ ਹੋ ਗਏ ਆ। ਇਹਨਾਂ ਦੀ ਇੱਕ ਛੋਟੀ ਜਿਹੀ ਧੀ, ਉਹਨੇ ਆਖਿਆ ਵੀ ਅੱਬੂ, ਜਿਸ ਵੱਡੇ ਅੱਬੂ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਤੁਸੀਂ ਆਣ ਕੇ ਸਾਨੂੰ ਸੁਣਾਉਂਦੇ ਹੋ ਅਨੰਦਪੁਰ ਸਾਹਿਬ ਦੀਆਂ, ਕਿਉਂਕਿ ਇਹ ਹੈਗੇ ਸੀ ਘੋੜਿਆਂ ਦੇ ਵਪਾਰੀ ਤੇ ਗੁਰੂ ਸਾਹਿਬ ਵੀ ਘੋੜਿਆਂ ਦਾ ਬਹੁਤ ਸ਼ੌਂਕ ਰੱਖਦੇ। ਇਹ ਘੋੜੇ ਖਰੀਦਣ ਕਈ ਵਾਰੀ ਅਨੰਦਪੁਰ ਸਾਹਿਬ ਜਾਂਦੇ। ਠੀਕ ਹੈ। ਤੇ ਇਹ ਕਰਕੇ ਘਰ ਦੇ ਵਿੱਚ ਆਣ ਕੇ ਗੱਲ ਵੀ ਕਰਦੇ ਸੀ ਗੁਰੂ ਦੀ, ਔਰ ਇਹ ਰਿਸ਼ਤੇਦਾਰ ਹੈਗੇ ਸੀ ਨਿਹੰਗ ਖਾਨ ਦੇ, ਰੋਪੜ ਵਾਲੇ। ਠੀਕ ਹੈ। ਤੇ ਫਿਰ ਇਹਨਾਂ ਦੀ ਜਦੋਂ ਧੀ ਨੇ ਕਿਹਾ ਵੀ ਉਹ ਉਸ ਗੁਰੂ ਦੇ ਬਾਰੇ ਅਸੀਂ ਵੀ ਸੁਣਿਆ ਵੀ ਉਹਦੇ ਪੁੱਤ ਸ਼ਹੀਦ ਹੋ ਗਏ ਆ, ਤੇ ਉਹਨਾਂ ਨੂੰ ਬੜਾ ਵਿਰਾਗ ਆਇਆ ਵੀ ਹੁਣ ਕੀ ਕਰੀਏ ਆਪਾਂ। ਉਹ ਫਿਰ ਕਹਿੰਦੇ ਵੀ ਆਪਾਂ ਗੁਲਾਬ ਸਿੰਘ ਤੇ ਪੰਜਾਬ ਸਿੰਘ ਨੂੰ ਜਾ ਕੇ ਪੁੱਛਦੇ ਹਾਂ, ਉਹਨਾਂ ਨੂੰ ਕੁਝ ਪਤਾ ਹੋਊਗਾ। ਇਹ ਗੁਲਾਬ ਸਿੰਘ ਤੇ ਪੰਜਾਬ ਸਿੰਘ ਦੇ ਘਰੇ ਗਏ ਆ, ਔਰ ਇਹਨਾਂ ਨੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਭਾਈ ਗੁਲਾਬ ਸਿੰਘ ਤੇ ਪੰਜਾਬ ਸਿੰਘ ਨੇ ਆਖਿਆ ਵੀ ਗੁਰੂ ਇੱਥੇ ਹੀ ਆ। ਫਿਰ ਕਿਉਂਕਿ ਸਮੇਂ ਦੀ ਨਜ਼ਾਕਤ ਵੀ ਹੈ, ਕਿਉਂਕਿ ਸਾਰੇ ਜਾਣਦੇ ਸੀ ਵੀ ਗੁਲਾਬ ਸਿੰਘ ਤੇ ਪੰਜਾਬ ਸਿੰਘ ਗੁਰੂ ਘਰ ਦੇ ਮਸੰਦ ਆ, ਫੌਜਾਂ ਲੱਭਦੀਆਂ ਫਿਰਦੀਆਂ ਸੀ। ਫਿਰ ਇੱਕ ਨੀਤੀ ਦੇ ਤਹਿਤ ਸੱਚੇ ਪਾਤਸ਼ਾਹ ਜਿਹੜੇ ਸੀ ਉਹ ਫਿਰ ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਉਹਦੇ ਘਰ ਚਲੇ ਜਾਂਦੇ ਆ। ਪਰ ਇੱਥੇ ਵੀ ਭਾਈ ਵੀਰ ਸਿੰਘ ਦੇ ਭਰਾ ਹੋਏ ਨੇ ਡਾਕਟਰ ਬਲਬੀਰ ਸਿੰਘ, ਉਹਨਾਂ ਦੀ ਇੱਕ ਕਿਤਾਬ ਆ ਲੰਮੀ ਨਜ਼ਰ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਥੇ ਇੱਕ ਮਾਤਾ ਰਹਿੰਦੀ ਸੀ, ਮਾਤਾ ਗੁਰਦਈ। ਠੀਕ ਹੈ। ਤੇ ਉਹਦਾ ਇੱਕ ਪੁੱਤਰ ਸੀ। ਮਾਤਾ ਗੁਰਦਈ ਨੇ ਆਪਣੇ ਹੱਥਾਂ ਦੇ ਨਾਲ ਸੱਚੇ ਪਾਤਸ਼ਾਹ ਲਈ ਕੱਪੜੇ ਤਿਆਰ ਕੀਤੇ। ਔਰ ਉਹਨੇ ਆਖਿਆ ਹੈ ਮੇਰਾ ਗੁਰੂ ਆਣ ਕੇ ਇਹਨਾਂ ਕੱਪੜਿਆਂ ਨੂੰ ਪਹਿਨੂਗਾ। ਤੇ ਉਹ ਬੜੀ ਬਜ਼ੁਰਗ ਹੋ ਗਈ, ਅੱਖਾਂ ਤੋਂ ਕਹਿੰਦੇ ਦਿਸਣੋਂ ਵੀ ਹਟ ਗਿਆ ਸੀ। ਲੋਕਾਂ ਨੇ ਉਹਨੂੰ ਕਿਹਾ ਵੀ ਗੁਰੂ ਨੇ ਕਿੱਥੋਂ ਆਉਣਾ, ਕਹਿੰਦੇ ਗੁਰੂ ਦਾ ਤੇ ਪਰਿਵਾਰ ਵਿਛੜ ਗਿਆ, ਤਾਨੇ ਮਿਹਣੇ ਵੀ ਮਾਰੇ। ਪਰ ਮਾਂ ਗੁਰਦਈ ਕਹਿੰਦੀ ਨਹੀਂ, ਮੈਨੂੰ ਭਰੋਸਾ ਵਾ ਮੇਰਾ ਗੁਰੂ ਆਊਗਾ। ਉਹਦੀ ਸ਼ਰਧਾ ਸੀ, ਉਹਦਾ ਵਿਸ਼ਵਾਸ ਸੀ। ਤਾਂ ਸੱਚੇ ਪਾਤਸ਼ਾਹ ਜਦੋਂ ਭਾਈ ਗੁਲਾਬ ਸਿੰਘ ਤੇ ਪੰਜਾਬ ਸਿੰਘ ਦੇ ਘਰੋਂ ਅੱਗੇ ਜਾ ਰਿਹਾ ਸੀ, ਭਾਈ ਨਬੀ ਖਾਂ ਤੇ ਗਨੀ ਖਾਂ ਦੇ, ਨਿਹਾਲਾ ਖੱਤਰੀ ਸੀ ਉਹਦੇ ਪੁੱਤ ਦਾ ਨਾਂ। ਫਿਰ ਨਿਹਾਲੇ ਖੱਤਰੀ ਦੇ ਘਰ ਥਾਣੀ ਜਦੋਂ ਲੰਘ ਰਿਹਾ ਸੀ ਤੇ ਸੱਚੇ ਪਾਤਸ਼ਾਹ ਉਹਦੇ ਘਰ ਜਾਂਦੇ ਮਾਤਾ ਗੁਰਦਈ ਦੇ। ਮਾਤਾ ਗੁਰਦਈ ਆਪਣੇ ਕੰਮ ਦੇ ਹੱਥਾਂ ਦੇ ਨਾਲ ਆਪਣੇ ਉਹਦੇ ਸੰਦੂਕ ਦੇ ਵਿੱਚੋਂ ਕੱਢ ਕੇ ਸੱਚੇ ਪਾਤਸ਼ਾਹ ਨੂੰ ਬਸਤਰ ਭੇਟ ਕਰਦੀ ਆ, ਤੇ ਸੱਚੇ ਪਾਤਸ਼ਾਹ ਦੇ ਕਹਿੰਦੇ ਚਰਨਾਂ 'ਚ ਹੀ ਉਹਨੇ ਆਪਣੇ ਆਖਰੀ ਸਾਹ ਲਏ। ਮਤਲਬ ਇਹ ਗੁਰੂ ਪਾਤਸ਼ਾਹ ਨੇ ਮਾਤਾ ਗੁਰਦਈ ਦੀ ਜਿਹੜੀ ਭਾਵਨਾ ਸੀ ਉਹ ਮਾਛੀਵਾੜੇ ਜਾ ਕੇ ਪੂਰੀ ਕੀਤੀ ਆ। ਔਰ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਕੁਛ ਦਿਨ ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਦੇ ਘਰ ਦੇ ਵਿੱਚ ਰਹਿੰਦੇ ਆ ਜੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਗੁਰੂ ਸਾਹਿਬ ਦਾ ਅਗਲਾ ਪੈਂਡਾ ਉਹ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਫਿਰ ਜਿਹੜਾ ਚਮਕੌਰ ਦੀ ਜੰਗ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੁੰਦਾ ਹੈਗਾ। ਤੇ ਇਹ ਸਾਰਾ ਜਿਹੜਾ ਚਮਕੌਰ ਸਾਹਿਬ ਦਾ ਸਾਕਾ ਚਮਕੌਰ ਦੀ ਜੰਗ, ਅਸਾਵੀਂ ਜੰਗ, ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ, ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ 'ਚ ਜਾਂਦੇ ਨੇ। ਉੱਥੋਂ ਤੱਕ ਦਾ ਜਿਹੜਾ ਇਤਿਹਾਸ ਭਾਈ ਕੁਲਦੀਪ ਸਿੰਘ ਗੜਗੱਜ ਨੇ ਆਪਾਂ ਨੂੰ ਸਰਵਣ ਕਰਾਇਆ ਹੈਗਾ ਇਹਨਾਂ 3-4 ਦਿਨਾਂ ਦੇ ਵਿੱਚ, ਪੋਹ ਦੇ ਦਿਨਾਂ ਦੇ ਵਿੱਚ। ਤੇ ਕੋਸ਼ਿਸ਼ ਇਹੀ ਸਾਨੂੰ ਕਰਨੀ ਚਾਹੀਦੀ ਹੈ ਕਿ ਇਤਿਹਾਸ ਹੈ ਜਿਹੜਾ ਸਾਡਾ ਲਾਸਾਨੀ ਇਤਿਹਾਸ ਹੈ ਉਹ ਸਾਨੂੰ ਯਾਦ ਹੋਵੇ, ਉਹ ਸਾਨੂੰ ਮਤਲਬ ਕਦੋਂ ਵੀ ਅਸੀਂ ਆਪਣੇ ਜਿਹੜੀਆਂ ਅਗਲੀਆਂ ਪੀੜ੍ਹੀਆਂ ਨੇ, ਬੱਚੇ ਨੇ, ਉਹਨਾਂ ਨੂੰ ਅਸੀਂ ਸੁਣਾ ਸਕੀਏ।
ਉਹਨਾਂ ਨੂੰ ਦੱਸ ਸਕੀਏ ਕਿ ਕੀ ਕੁਝ ਹੋਇਆ ਸੀ। ਸਿਰਫ ਇਹ ਨਹੀਂ ਕਿ ਅਸੀਂ ਚਮਕੌਰ ਸਾਹਿਬ ਜਾ ਕੇ ਉੱਥੇ ਮੱਥਾ ਟੇਕ ਕੇ ਆ ਜਾਣਾ ਹੈ। ਇਹਨਾਂ ਧਰਤੀਆਂ ਨੂੰ ਸਲਾਮ ਕਰਨਾ ਬਣਦਾ, ਪਰ ਸਾਨੂੰ ਇਤਿਹਾਸ ਦਾ ਪਤਾ ਵੀ ਹੋਣਾ ਚਾਹੀਦਾ, ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਪਾਂ ਕਹਿ ਸਕਦੇ ਹਾਂ ਕਿ ਬੇਮਿਸਾਲ ਜਰਨੈਲੀ ਅਗਵਾਈ ਦੇ ਵਿੱਚ ਇੱਕ ਵੱਡੀ ਜੰਗ ਲੜੀ ਗਈ ਸੀ ਤੇ ਜਿੱਤੀ ਗਈ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੰਨੇ ਵੀ ਯੁੱਧ ਲੜੇ ਨੇ ਉਹ ਸਾਰੇ ਜਿੱਤੇ ਹੀ ਹੈਗੇ ਨੇ। ਕਦੇ ਵੀ ਪਿੱਠ ਦਿਖਾ ਕੇ ਸਿੱਖ ਫੌਜਾਂ ਨਹੀਂ ਗਈਆਂ। ਤੇ ਤਾਰੀਖ ਦੱਸਦੀ ਹੈ ਕਿ ਸਿੰਘਾਂ ਨੇ ਨਾ ਤਾਂ ਕਦੇ ਹਥਿਆਰ ਸੁੱਟੇ ਸੀ, ਨਾ ਗੋਡੇ ਟੇਕੇ ਸੀ। ਉਹ ਰਣ ਤੱਤੇ ਦੇ ਵਿੱਚ ਲੜ ਕੇ ਜੂਝ ਕੇ ਸ਼ਹੀਦ ਹੋਏ ਨੇ। ਕੋਈ ਮਤਲਬ ਨਹੀਂ ਕਿ ਚਾਹੇ ਮੂਰੇ 10 ਲੱਖ ਫੌਜ ਹੈ ਤੇ ਅਸੀਂ ਸਿਰਫ 40 ਸਿੰਘ ਹੈਗੇ ਆ, ਇਸ ਗੱਲ ਨਾਲ ਕੋਈ ਫਰਕ ਕਦੇ ਨਹੀਂ ਪਿਆ ਹੈਗਾ। ਇਹ ਇਤਿਹਾਸ ਦੱਸਦਾ ਹੈ ਸਾਨੂੰ। ਸੋ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ, ਛੋਟੇ ਲਾਲਾਂ ਦਾ, ਮਾਤਾ ਗੁਜਰੀ ਜੀ ਤੇ ਛੋਟੇ ਲਾਲ, ਉਸ ਤੋਂ ਬਾਅਦ ਗੁਰੂ ਮਹਿਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਧਰਮ ਪਤਨੀ ਮਾਤਾ ਸਾਹਿਬ ਕੌਰ ਜੀ ਹੋਣਾ, ਮਾਤਾ ਸੁੰਦਰੀ ਜੀ, ਉਹ ਦਿੱਲੀ ਵੱਲ ਨੂੰ ਗਏ ਨੇ। ਸੋ ਸਾਰਾ ਜਿਹੜਾ ਇਤਿਹਾਸ ਹੈ ਉਹ ਆਪਾਂ ਆਉਂਦੇ ਦਿਨਾਂ ਦੇ ਵਿੱਚ ਸੁਣਾਂਗੇ। ਕੱਲ੍ਹ ਨੂੰ ਅੱਗੇ ਜਿਹੜੀ ਉਹ ਆਪਾਂ ਇਤਿਹਾਸ ਦਾ ਵਿਖਿਆਨ ਸ਼ੁਰੂ ਕਰਾਂਗੇ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਦਰਸ਼ਕਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।